ਤਾਂ ਰਵਨੀਤ ਬਿੱਟੂ ਹਮਲਾਵਰ ਨੇ ਰਾਕੇਸ਼ ਟਿਕੈਤ ਦੇ ਉੱਤੇ ਹੁਣ ਤੁਹਾਨੂੰ ਰਾਕੇਸ਼ ਟਿਕੈਤ ਦਾ ਬਿਆਨ ਵੀ ਸੁਣਵਾਉਂਦੇ ਆ, ਜਿਸ ਤੋਂ ਬਾਅਦ ਕਿਸਾਨ ਆਪਣੇ ਹੱਥੀ ਫਸਲ ਤਬਾਹ ਕਰ ਰਹੇ ਨੇ ਅਤੇ ਹੁਣ ਰਵਨੀਤ ਬਿੱਟੂ ਨੇ ਵੀ ਨਿਸ਼ਾਨਾ ਸਾਧਿਆ। ਹਾਲਾਂਕਿ ਟਿਕੈਤ ਇਸ ਦੇ ਉੱਤੇ ਸਪਸ਼ਟੀਕਰਨ ਜ਼ਰੂਰ ਦੇ ਚੁੱਕੇ ਨੇ। सरकार कह रही है 2 महीने में किसान अपने आप को देगा, फसल की कटाई होगी, किसान गांव चला जाएगा। आपको हाथ उठा के करना पड़ेगा कि एक फसल की कुर्बानी की जरूरत पड़ी तो खड़ी फसलों में आग लगानी पड़ेगी। हटाओ, सरकार गलत फहमी बना रहे हैं कि किसान फसल कटाई पे गांव आएगा। अगर ज्यादा बकवास सरकार ने करी तो कसम खाएगा एक किसान खड़ी फसल में आग लगाएगा। अपनी एक फसल की कुर्बानी देंगे तो 20 साल तक किसान जिंदा रहे। आपने एक बयान दिया, उसकी संदर्भ में संजय से हरियाणा में इसकी शुरुआत भी होगी। आज कई किसान नहीं, उनको अपील करी किसानों को कि अभी ऐसे डिस्ट्रॉय मत करो, वो टाइम तो अप्रैल में होगा। और उसका पूरा रोटेट बढ़ा दिया हमने कि हर गांव में कमेटी बनेगी, जो किसान आंदोलन में रहेगा उसके घर का काम नहीं बिगड़ेगा। ਤਾਂ ਇਹ ਬਿਆਨ ਨੇ ਰਾਕੇਸ਼ ਟਿਕੈਤ ਦੇ, ਜਿਨ੍ਹਾਂ ਦੇ ਉੱਤੇ ਉਹਨਾਂ ਨੇ ਯੂ ਟਰਨ ਵੀ ਲਿਆ। ਇਸ ਸਭ ਦੇ ਵਿਚਾਲੇ ਰਵਨੀਤ ਬਿੱਟੂ ਨਿਸ਼ਾਨਾ ਸਾਧ ਰਹੇ ਨੇ ਰਾਕੇਸ਼ ਟਿਕੈਤ ਦੇ ਉੱਤੇ। ਬੂਟਾ ਸਿੰਘ ਸ਼ਾਦੀਪੁਰ ਜੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ, ਸੰਯੁਕਤ ਕਿਸਾਨ ਮੋਰਚੇ ਤੋਂ। ਬੂਟਾ ਸਿੰਘ ਜੀ, ਤੁਹਾਡੀ ਪਹਿਲੀ ਸਟੇਟਮੈਂਟ ਚਾਹਾਂਗੇ। ਰਵਨੀਤ ਬਿੱਟੂ ਕਿਸਾਨਾਂ ਨੂੰ ਸਲਾਹ ਦੇ ਰਹੇ ਨੇ, ਨਸੀਹਤ ਦੇ ਰਹੇ ਨੇ ਕਿ ਰਾਕੇਸ਼ ਟਿਕੈਤ ਦਾ ਬਾਈਕਾਟ ਕਰ ਦਿਓ, ਇਹ ਕਿਸਾਨਾਂ ਦਾ ਦੁਸ਼ਮਣ ਹੈ। ਨਹੀਂ, ਇਹ ਉਹਦੀ ਆਪਣੀ ਸੋਚ ਹੋ ਸਕਦੀ ਹੈ ਜੀ, ਐਂ ਗੱਲ ਥੋੜੀ ਹੈ। ਸਾਡਾ ਉਹ ਆਗੂ ਹੈ, ਸੰਯੁਕਤ ਮੋਰਚੇ ਦਾ ਉਹ ਮੈਂਬਰ ਆ। ਤੇ ਐ ਕਿਵੇਂ ਹੋ ਸਕਦਾ ਵੀ ਉਹਨੂੰ ਆਪਾਂ ਅੱਜ ਕਹਿ ਦਈਏ ਕਿ ਉਹ ਕਿਸਾਨਾਂ ਦਾ ਦੁਸ਼ਮਣ ਆ, ਜਾਂ ਉਹਨੂੰ ਪਾਸੇ ਕਰ ਦਿਓ। ਇਹ ਗਲਤ ਗੱਲਾਂ ਨੇ, ਇਹਨੂੰ ਕਮਜ਼ੋਰ ਕਰਨ ਵਾਲੀਆਂ ਨੇ। ਬਿੱਟੂ ਵੈਸੇ ਚਲੋ ਮੈਂਬਰ ਪਾਰਲੀਮੈਂਟ ਪੰਜਾਬ ਤੋਂ, ਉਹ ਸੂਝਵਾਨ ਹੈ, ਪਰ ਉਹਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਪਤਾ ਨਹੀਂ ਕਿਉਂ ਬਿਆਨ ਦਿੱਤਾ। ਔਰ ਉਸ ਟਾਈਮ, ਜਿਸ ਟਾਈਮ ਅੰਦੋਲਨ ਸਾਡਾ ਸ਼ਿਖਰਾਂ ਤੇ ਪਹੁੰਚਿਆ ਹੋਵੇ ਜੀ, ਇਹ ਸੱਟ ਨਹੀਂ ਮਾਰਨੀ ਚਾਹੀਦੀ ਇਹੋ ਜਿਹੇ ਅੰਦੋਲਨ ਨੂੰ। ਅੰਦੋਲਨ ਦੀ ਹਮਾਇਤ ਕਰੋ ਜਿੰਨੀ ਹੋ ਸਕਦੀ ਹੈ। ਜੇਕਰ ਉਹਨਾਂ ਨੇ ਬਿਆਨ ਦਿੱਤਾ, ਇਹ ਸੰਯੁਕਤ ਮੋਰਚੇ ਵੱਲੋਂ ਨਹੀਂ, ਠੀਕ ਹੈ, ਪਰਸਨਲ ਕੋਈ ਹਰ ਇੱਕ ਬੰਦਾ ਆਪਣਾ ਬਿਆਨ ਦੇ ਸਕਦਾ ਹੈ ਜੀ, ਠੀਕ ਹੈ ਨਾ। ਇਹ ਨਹੀਂ ਹੋਣਾ ਚਾਹੀਦਾ ਕਿ ਉੱਠ ਕੇ ਇੱਕ ਮੈਂਬਰ ਪਾਰਲੀਮੈਂਟ ਪੰਜਾਬ ਦਾ, ਤੇ ਪੰਜਾਬ ਤੋਂ ਹੀ ਐਡਾ ਵੱਡਾ ਅੰਦੋਲਨ ਉੱਠਿਆ ਹੋਵੇ, ਤੇ ਉਹਦੇ ਵਿੱਚ ਅੱਜ ਰਾਕੇਸ਼ ਟਿਕੈਤ ਉਹਨਾਂ ਦਾ ਬੜਾ ਵੱਡਾ ਰੋਲ ਹੋਵੇ, ਤੇ ਉਸ ਸਮੇਂ ਆ ਕੇ ਇਹ ਗੱਲ ਕਹਿ ਦੇਣ ਕਿ ਉਹਨੂੰ ਲਾਂਭੇ ਕਰ ਦੋ ਜੋ ਦੁਸ਼ਮਣ ਹੈ ਕਿਸਾਨਾਂ ਦਾ। ਨਹੀਂ, ਐਸੀ ਗੱਲ ਨਹੀਂ। ਬਿਆਨ ਜੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਤੇ ਐਵੇਂ ਆਪਣੀ ਲੀਡਰੀ ਚਮਕਾਉਣ ਵਾਸਤੇ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਉੱਥੇ ਚੁੱਪ ਕਰ ਜਾਣ। ਆਂਦੇ ਨੇ ਚੁੱਪ 100 ਸੁੱਖ ਵਾਲੀ ਗੱਲ ਹੁੰਦੀ ਹੈ। ਨਹੀਂ ਗੱਲ ਉਹਨਾਂ ਨੂੰ ਆਉਂਦੀ ਤਾਂ ਚੁੱਪ ਕਰ ਜਾਂਦੇ। ਹੋਰ ਵੀ ਤਾਂ ਪੰਜਾਬ ਬੈਠਾ ਹੈ ਨਾ ਸਾਰਾ। ਬੂਟਾ ਸਿੰਘ ਜੀ, ਉਹ ਤਰਕ ਪਤਾ ਕੀ ਦੇ ਰਹੇ ਨੇ? ਉਹ ਤਰਕ ਦੇ ਰਹੇ ਨੇ ਕਿ ਦੇਖੋ, ਜਦੋਂ ਪਰਚੇ ਦਰਜ ਹੋਏ, ਕੋਈ ਟਿਕੈਤ ਵਰਗੇ ਆਗੂਆਂ ਤੇ ਨਹੀਂ ਹੋਏ, ਜਾਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਤੇ ਨਹੀਂ ਹੋਏ, ਕਿਸੇ ਭਰਾ ਤੇ ਨਹੀਂ ਹੋਏ, ਆਮ ਨੌਜਵਾਨਾਂ ਤੇ ਹੋਏ ਨੇ। ਉਹ ਇੱਕ ਬਿਆਨ ਇਸ ਤੋਂ ਪਹਿਲਾਂ ਇਹ ਵੀ ਦੇ ਚੁੱਕੇ ਨੇ ਕਿ ਇਹ ਟਿਕੈਤ ਵਰਗੇ ਆਗੂ ਅੱਗੇ ਕਰਕੇ ਫਿਰ ਪਿੱਛੇ ਹੋ ਜਾਂਦੇ ਨੇ, ਨੌਜਵਾਨਾਂ ਤੇ ਪਰਚੇ ਦਰਜ ਕਰਵਾ ਦਿੰਦੇ ਨੇ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਗੰਨਾ ਦਾ ਜ਼ਿਕਰ ਹੋਵੇ ਜਾਂ ਜਿਹੜੇ ਉਹਦੇ ਬਿਜ਼ਨਸ ਨੇ ਰਾਕੇਸ਼ ਟਿਕੈਤ ਦੇ, ਉਹ ਕਿਉਂ ਨਹੀਂ ਬੰਦ ਹੋਏ ਇੰਨੀ ਦੇਰ ਤੋਂ, ਕਿਉਂ ਉਹ ਚੱਲ ਰਹੇ ਨੇ? ਨਹੀਂ, ਰਾਕੇਸ਼ ਟਿਕੈਤ ਦੇ ਬਿਜ਼ਨਸ ਬੰਦ ਕਿਹੜੀ ਗੱਲ ਤੋਂ? ਕਿਸਾਨ ਆ ਉਹ ਵਪਾਰੀ ਥੋੜਾ ਜੀ। ਜਿਹੜਾ ਵਪਾਰੀ ਉਹ ਅਡਾਨੀਆਂ ਬਾਨੀਆਂ ਦਾ ਥੋੜਾ ਮਾਲ ਵੇਚ ਰਿਹਾ, ਜਾਂ ਕਾਰਪੋਰੇਟ ਘਰਾਣਿਆਂ ਦਾ ਮਾਲ ਕੋਈ ਵੇਚ ਰਿਹਾ। ਮੈਨੂੰ ਵੈਸੇ ਉਹਦੇ ਬਿਜ਼ਨਸ ਬਾਰੇ ਨਹੀਂ ਗਿਆਨ ਹੈਗਾ, ਪਰ ਉਹਦੇ ਕਿਸਾਨ ਆਗੂ ਹੈ ਇੱਕ। ਤੇ ਕਿਸਾਨ ਆਗੂ ਦੇ ਆਪਾਂ ਕਿਹੜੀ ਕਿਸਾਨ ਦਾ ਅੱਗੇ ਹੱਦੋਂ ਵੱਧ ਕਮਜ਼ੋਰ ਹੋਇਆ ਪਿਆ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ। ਜੇ ਉਹਦਾ ਕੋਈ ਕਾਰੋਬਾਰ ਹੋਵੇਗਾ, ਆਪਾਂ ਉਹਨੂੰ ਅਗੇ ਵੀ ਕਿਸਾਨ ਦਾ ਵੀ ਕਾਰੋਬਾਰ ਕਰ ਲਓ। ਅੱਜ ਸਾਡੀ ਲੜਾਈ ਕਾਰਪੋਰੇਟ ਘਰਾਣਿਆਂ ਨਾਲ ਆ, ਕਿਸੇ ਕਿਸਾਨ ਦੇ ਵਿਰੁੱਧ ਨਹੀਂ ਸਾਡੀ ਲੜਾਈ, ਨਾ ਮਜ਼ਦੂਰ ਦੇ ਆ। ਇਹ ਸਾਰੇ ਇਕੱਠੇ ਹੋ ਕੇ ਕੇਂਦਰ ਦੀਆਂ ਮਾੜੀਆਂ ਨੀਤੀਆਂ ਖਿਲਾਫ ਲੜ ਰਹੇ ਆ। ਜੇ ਕਿਸੇ ਸਟੇਟ ਦੇ ਖਿਲਾਫ ਲੜਨੀ ਪਊਗੀ, ਉਹ ਵੀ ਉਸ ਤੋਂ ਬਾਅਦ ਦੇਖਾਂਗੇ ਅਸੀਂ। ਐਵੇਂ ਇਹੋ ਜਿਹਾ ਬਿਆਨ ਨਹੀਂ ਦੇਣੇ ਚਾਹੀਦੇ ਵੀ ਉਹਨਾਂ ਦੇ ਪਰਚੇ ਨਹੀਂ ਹੋਏ। ਮੇਰੇ ਖਿਆਲ ਮੁਤਾਬਕ ਪਰਚੇ ਸਾਰੇ ਆਗੂਆਂ ਤੇ ਹੋਏ ਨੇ, ਕੋਈ ਬਚਿਆ ਨਹੀਂ ਹੈਗਾ। ਤੇ ਇਹ ਇਹਨਾਂ ਨੂੰ ਸ਼ਾਇਦ ਹੋ ਸਕਦਾ ਕੋਈ ਭੁਲੇਖਾ ਨਾ ਹੋਵੇ ਜੀ। ਬੂਟਾ ਜੀ, ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ, ਤੁਹਾਨੂੰ ਨਹੀਂ ਲੱਗਦਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਰਾਕੇਸ਼ ਟਿਕੈਤ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਤੁਸੀਂ ਬਿਆਨ ਦੇਣ ਤੋਂ ਪਹਿਲਾਂ ਸੋਚਿਆ ਜ਼ਰੂਰ ਕਰੋ? ਦੇਖੋ, ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਕਿੰਨੇ ਕਿਸਾਨਾਂ ਨੇ ਆਪਣੀ ਫਸਲ ਵਾਹਤੀ। ਜੇ ਆਪਾਂ ਕਿਸਾਨਾਂ ਦਾ ਮੁੱਦਾ ਚੁੱਕ ਰਹੇ ਹਾਂ, ਕਿਸਾਨ ਆਪਣੀ ਫਸਲ ਵਾਹ ਰਿਹਾ, ਕੋਈ ਨਹੀਂ ਚਾਹੁੰਦਾ ਕਿ ਨੁਕਸਾਨ ਹੋਵੇ ਕਿਸਾਨਾਂ ਦਾ। ਕੋਈ 2 ਏਕੜ ਵਾਲਾ ਸੀ, ਕੱਲ ਅਸੀਂ ਕੈਥਲ ਤੋਂ ਖਬਰ ਦਿਖਾ ਰਹੇ ਸੀ, 2 ਏਕੜ ਟੋਟਲ ਜ਼ਮੀਨ ਹੈ ਕਿਸਾਨ ਕੋਲ, ਉਹਨੇ 1.5 ਏਕੜ ਵਾਹਤੀ, ਕਹਿੰਦਾ ਮੈਂ ਸਿਰਫ ਅੱਧਾ ਕਿੱਲਾ ਰੱਖਣਾ ਹੈ, ਉਹ ਵੀ ਆਪਣੇ ਘਰ ਜੋਗੀ ਕਣਕ ਹੋ ਜਾਵੇ ਬਸ। ਤੁਹਾਨੂੰ ਨਹੀਂ ਲੱਗਦਾ ਕਿ ਰਾਕੇਸ਼ ਟਿਕੈਤ ਨੂੰ ਜ਼ਰੂਰ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਸਟੇਟਮੈਂਟ ਦੇ ਰਹੇ ਹੋ, ਜ਼ਰੂਰ ਸੋਚੋ ਉਸ ਤੋਂ ਪਹਿਲਾਂ? ਗੌਰਵ ਜੀ, ਇਹ ਮੈਨੂੰ ਵੀ ਕੱਲ ਪਰਸੋਂ ਜਦੋਂ ਪਤਾ ਲੱਗਿਆ ਨਾ, ਇਹ ਭੇਵੇ ਦੇ ਕੋਲ ਪਿੰਡ ਗੁੰਮਥਲਾ, ਉੱਥੇ ਵੀ ਚੱਲ ਰਿਹਾ ਸੀ ਟਰੈਕਟਰ, ਤੇ ਕਾਫੀ ਰੌਲਾ ਪੈ ਰਿਹਾ, ਫੋਨ ਆਏ।
ਮੈਂ ਉਦੋਂ ਵੀ ਨਾਲ ਦੀ ਨਾਲ ਵੀਡੀਓ ਬਣਾ ਕੇ ਵੀ ਇੱਕ ਪਾਈ ਪਈ, ਇਹ ਨਹੀਂ ਹੋਣਾ ਚਾਹੀਦਾ, ਵੇਖੋ ਆਪਾਂ ਫਸਲ ਨਾ ਵਾਓ ਜੀ। ਕੱਲ ਤੁਹਾਡੇ ਚੈਨਲ ਤੇ ਵੀ ਪੁੱਛਿਆ, ਮੈਂ ਉੱਥੇ ਵੀ ਅਪੀਲ ਕੀਤੀ ਸੀ ਬਈ ਆਪਾਂ ਨੂੰ ਇਹ ਫਸਲ ਨਹੀਂ ਵਾਉਣੀ ਚਾਹੀਦੀ, ਆਪਾਂ ਬੱਚਿਆਂ ਵਾਂਗੂ ਪਾਲਦੇ ਆ, ਪੁੱਤਾਂ ਵਾਂਗੂ ਕਹਿੰਦੇ ਆ ਫਸਲ ਪਾਲੀ ਤੇ ਫਿਰ ਉਹਨੂੰ ਮਾਰਨਾ ਨਹੀਂ ਚਾਹੀਦਾ, ਠੀਕ ਹੈ। ਇਹਨੂੰ ਪਕਾਓ, ਪਕਾ ਕੇ ਤਿਆਰ ਕਰੋ, ਦਾਣੇ ਬਣਾਓ, ਦਾਣੇ ਬਣ ਜਾਣਗੇ। ਸਾਡਾ ਸਰਕਾਰ ਨਾਲ ਨਹੀਂ ਸਮਝੌਤਾ ਹੁੰਦਾ, ਆਪਾਂ ਵੇਚਾਂਗੇ ਨਹੀਂ, ਸਰਕਾਰ ਨੂੰ ਨਹੀਂ ਦੇਵਾਂਗੇ, ਆਪਣੇ ਘਰੇ ਰੱਖ ਲਾਂਗੇ ਜੀ। ਫਿਰ ਗਰੀਬ ਮਜ਼ਦੂਰ ਹੈ ਕੋਈ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ, ਆਪਾਂ ਉਹਨਾਂ ਨੂੰ ਫ੍ਰੀ 'ਚ ਦੇ ਦਿਆਂਗੇ, ਨਾਲੇ ਉਹ ਪੂਰਾ ਹੋਊਗਾ। ਸਾਡਾ ਜਿਹੜਾ ਮਕਸਦ ਹੈ ਗੁਰੂ ਦਾ, ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਉਹ ਸੀਸਾ ਪਰਿਵਾਰ ਦਊਗਾ ਜਿਹਨੂੰ ਫ੍ਰੀ ਮਿਲਣਗੇ ਦਾਣੇ ਖਾਣ ਨੂੰ। ਇਹਦੇ ਨਾਲ ਉਹ ਗੱਲ ਚੰਗੀ ਹੈ ਫਸਲ ਵਾਹੁਣੀ। ਮੈਂ ਅੱਜ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਿਹਾ ਵੀ ਜਿਹੜੇ ਵੀ ਪਹਿਲੀ ਵਾਰ ਨੇ, ਠੀਕ ਹੈ, ਅਸਰ ਡਕੈਤ ਸਭ ਦੇ ਬਿਆਨ ਦਾ ਹੀ ਹੋਇਆ, ਪਰ ਇਹ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਬੜੇ ਸੂਝਵਾਨ ਆਗੂ ਨੇ, ਨਹੀਂ ਇਹੋ ਜਿਹਾ ਬਿਆਨ ਦੇਣਾ ਚਾਹੀਦਾ ਜਿਹਦੇ ਨਾਲ ਲੋਕ ਇੱਕਦਮ ਅਸਰ ਲੋਕਾਂ ਤੇ ਹੋ ਜੇ ਤੇ ਉਹ ਨੁਕਸਾਨ ਕਰਨਾ ਸ਼ੁਰੂ ਕਰ ਦੇਣ। ਕਿਉਂਕਿ ਅੱਜ ਇਹ ਸੰਯੁਕਤ ਮੋਰਚੇ ਦੀ ਜਿਹੜੀ ਸਟੇਜ ਆ, ਜਿੱਥੋਂ ਕੋਈ ਤੁਸੀਂ ਅਪੀਲ ਕਰਦੇ ਹੋ, ਕੋਈ ਐਲਾਨ ਕਰਦੇ ਹੋ, ਲੋਕ ਨਾਲ ਦੀ ਨਾਲ ਅਪਣਾਉਂਦੇ ਨੇ। ਇਸ ਕਰਕੇ ਸਰਕਾਰਾਂ ਦੇ ਆਖਾ ਲੋਕ ਨਹੀਂ ਮੰਨਦੇ। ਸੰਯੁਕਤ ਮੋਰਚੇ ਵੱਲੋਂ ਕੋਈ ਅਪੀਲ ਕੀਤੀ ਸਟੇਜ ਤੋਂ, ਲੋਕ ਨਾਲ ਦੀ ਨਾਲ ਅਪਣਾਉਂਦੇ ਨੇ, ਇਹਦਾ ਅਮਲ ਕਰਦੇ ਨੇ, ਅਮਲ ਕਰਦੇ ਨੇ ਉਸ ਟਾਈਮ ਤੇ। ਇਸ ਕਰਕੇ ਸਾਨੂੰ ਬਿਆਨ ਦੇਣ ਲੱਗਿਆ ਜ਼ਰੂਰ ਸੋਚਣਾ ਚਾਹੀਦਾ ਹੈ ਵੀ ਇਹ ਬਿਆਨ ਅਸੀਂ ਦੇਣ ਲੱਗਿਆ ਕਿਤੇ ਲੋਕਾਂ ਨੂੰ ਉਲਟੇ ਰਾਹ ਤੇ ਨਹੀਂ ਪਾ ਦੂਗਾ ਜੀ। ਇਸ ਕਰਕੇ ਇਹ ਬੜਾ ਬੂਟਾ ਜੀ, ਮੇਰੇ ਨਾਲ ਫੋਨ ਲਾਈਨ ਤੇ ਬਣੇ ਰਹੋ ਤੁਸੀਂ। ਸਾਡੇ ਨਾਲ ਕਾਂਗਰਸ ਦੇ ਨੁਮਾਇੰਦੇ ਜੁੜ ਰਹੇ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜੋ ਤੁਸੀਂ ਵੀ ਜ਼ਿਕਰ ਕੀਤਾ, ਲਾਜ਼ਮੀ ਤੌਰ ਤੇ ਜੇ ਕਿਸੇ ਦੇ ਮੂੰਹ ਦੇ ਵਿੱਚ ਜਾਵੇ ਕਣਕ ਦੇ ਦਾਣੇ, ਅੰਨ, ਤਾਂ ਉਹ ਜ਼ਿਆਦਾ ਠੀਕ ਰਹੇਗਾ ਜੇ ਆਪਾਂ ਫਸਲ ਵਾਹ ਰਹੇ ਹਾਂ ਉਹਦੇ ਨਾਲੋਂ। ਰਮਨ ਬਾਲਾ ਸੁਬਰਮਨਿਅਮ ਜੀ ਇਸ ਸਮੇਂ ਸਾਡੇ ਨਾਲ ਨੇ, ਕਾਂਗਰਸ ਦੇ ਸੀਨੀਅਰ ਆਗੂ। ਰਮਨ ਜੀ, ਰਮਨੀਤ ਬਿੱਟੂ ਇੱਕ ਬਿਆਨ ਦਿੰਦੇ ਨੇ। ਰਮਨੀਤ ਬਿੱਟੂ ਕਹਿੰਦੇ ਨੇ ਕਿ ਰਾਕੇਸ਼ ਟਿਕੈਤ ਦਾ ਬਾਈਕਾਟ ਕਰ ਦੇਣ ਕਿਸਾਨ ਜਥੇਬੰਦੀਆਂ, ਕਿਸਾਨਾਂ ਦਾ ਦੁਸ਼ਮਣ ਹੈ ਰਾਕੇਸ਼ ਟਿਕੈਤ। ਪਰ ਜਥੇਬੰਦੀਆਂ ਦੇ ਆਗੂ ਕਹਿ ਰਹੇ ਨੇ ਕਿ ਇਹ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ, ਅਜਿਹੇ ਬਿਆਨ ਬਿੱਟੂ ਨੂੰ ਨਹੀਂ ਦੇਣੇ ਚਾਹੀਦੇ। ਮੈਂ ਸਾਰੇ ਸਟੇਕਹੋਲਡਰਸ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਮੈਂ ਕਿ ਵੀ ਇਸ ਟਾਈਮ ਜਿਹੜਾ ਐਜੀਟੇਸ਼ਨ ਹੈ ਜੀ, ਇਹ ਇੱਕ ਫੇਜ਼ ਆਫ ਫਰਸਟ੍ਰੇਸ਼ਨ ਦੇ ਵਿੱਚੋਂ ਦੀ ਨਿਕਲ ਰਿਹਾ ਹੈ। ਔਰ ਇਸ ਫੇਜ਼ ਆਫ ਫਰਸਟ੍ਰੇਸ਼ਨ ਦੇ ਵਿੱਚ ਕੋਸ ਖੜੋਤ ਆ ਗਈ ਹੈ, ਨਾ ਸਰਕਾਰ ਗੱਲ ਮੰਨ ਰਹੀ ਹੈ, ਕਨਵਿੰਸ ਨਹੀਂ ਕਰਾ ਪਾ ਰਹੀ, ਔਰ ਜਿਹੜੇ ਕਿਸਾਨ ਨੇਤਾ ਹੈਗੇ ਆ ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਜੈਨੂਅਨ ਹੈ, ਉਹ ਸਰਕਾਰ ਮੰਨ ਨਹੀਂ ਰਹੀ। ਪਰ ਇਹਦੇ ਦੌਰਾਨ, ਇਸ ਖੜੌਤ ਦੇ ਦੌਰਾਨ ਦੇ ਵਿੱਚ ਬਹੁਤ ਸੰਯਮ ਵਰਤਣ ਦੀ ਲੋੜ ਹੈ। ਬਿੱਟੂ ਜੀ ਨੂੰ ਵੀ ਇਹ ਚਾਹੀਦਾ ਵਾ ਵੀ ਇਦਾਂ ਦਾ ਕੋਈ ਭੜਕਾਊ ਬਿਆਨ ਨਾ ਦੇਣ। ਟਕੈਤ ਸਾਹਿਬ ਨੂੰ ਵੀ ਚਾਹੀਦਾ ਵਾ ਵੀ ਉਹ ਕੋਈ ਬਿਆਨ ਨਾ ਦੇਣ। ਇਹ ਇਹਨਾਂ ਦੇ ਪਰਸਨਲ ਬਿਆਨ ਹੋ ਸਕਦੇ ਆ, ਨਾ ਤਾਂ ਸੰਯੁਕਤ ਮੋਰਚੇ ਨੇ ਇਹ ਗੱਲ ਕਹੀ ਹੈ, ਨਾ ਕਾਂਗਰਸ ਜਿਹੜਾ ਹੈ ਇਸ ਗੱਲ ਨੂੰ ਕੰਡੋਨ ਕਰਦੀ ਹੈ। ਮੇਰਾ ਆਪਣਾ ਇਹ ਮੰਨਣਾ ਹੈ ਕਿ ਕੋਈ ਗੱਲ ਹੈਗੀ ਹੈ ਅੱਜ ਦੀ ਡੇਟ 'ਚ ਅਟਮੋਸਟ ਰੈਸਿਸਟੈਂਟ ਬਹੁਤ ਜ਼ਿਆਦਾ ਸਾਵਧਾਨੀ ਔਰ ਸੂਝਮੰਦੀ ਦੀ ਹੋਏਗੀ ਹੈ, ਕਿਉਂਕਿ ਸਰਕਾਰ ਦੀ ਤਾਂ ਮਾਰੀ ਗਈ ਹੈ। ਸਰਕਾਰ ਤਾਂ ਲੋਕਾਂ ਦੇ ਦੁੱਖ ਦਰਦ, ਲੋਕਾਂ ਦੀਆਂ ਜਿਹੜੀਆਂ ਤਕਲੀਫਾਂ ਹੈ ਉਸ ਤੋਂ ਬਿਲਕੁਲ ਮੁਨਕਰ ਹੋ ਗਈ ਹੈ, ਉਹ ਤਾਂ ਉਹਨਾਂ ਨੇ ਨਜ਼ਰ ਅੰਦਾਜ਼ ਕਰਤੇ ਹੈ। ਕੱਲੇ ਇਹੀ ਨਹੀਂ, ਦੇਖੋ ਇਸ ਤਰ੍ਹਾਂ ਵਿੱਚ ਹੋਰ ਤਰ੍ਹਾਂ ਦੀਆਂ ਕਿੱਦਾਂ ਦੀਆਂ ਪਬਲੀਕੇਸ਼ਨ ਆ ਰਹੀਆਂ ਵਾ। ਹੁਣ ਅੱਜ ਦੀ ਡੇਟ ਦੇ ਵਿੱਚ ਪੈਟਰੋਲ ਡੀਜ਼ਲ ਦੇ ਰੇਟ ਕਿੱਥੇ ਚਲੇ ਗਏ ਆ, ਗੈਸ ਸਿਲੰਡਰ ਦੇ ਕਿੱਥੇ ਚਲੇ ਗਏ ਆ, ਅਨਇੰਪਲੋਇਮੈਂਟ ਕਿੰਨੀ ਵੱਧ ਗਈ ਹੈਗੀ ਹੈ, ਲਾਈਵਲੀਹੁੱਡ ਦੇ ਲਾਸਿਸ ਹੈ, GDP ਨੈਗੇਟਿਵ 'ਚ ਜਾ ਰਹੀ ਹੈ। ਇਹ ਮੁੱਦੇ ਨੇ ਅੱਜ ਦੀ ਡੇਟ 'ਚ ਜਿਹੜੇ ਗੱਲ ਕਰਨ ਦੇ। ਕਿਸਾਨਾਂ ਨਾਲ ਇੱਕ ਗੱਲ ਤਾਂ ਸਮਝ ਲਓ ਕਿ ਸਾਰੇ ਹਿੰਦੁਸਤਾਨ ਦੀ ਹਮਦਰਦੀ ਹੈਗੀ ਆ ਜੀ, ਪਰ ਜਿਹੜੇ ਵੀ ਸਟੇਕ ਹੋਲਡਰ ਨੇ, ਚਾਹੇ ਉਹ ਪੋਲੀਟੀਕਲ ਪਾਰਟੀ ਦੇ ਨੇ, ਚਾਹੇ ਉਹ ਕਿਸਾਨਾਂ ਦੇ ਮੋਰਚੇ ਨੇ, ਇਹ ਸਿਰਫ ਬਿਆਨ ਸਿਰਫ ਇੰਡੀਵਿਜੂਅਲ ਦੇ ਨਾਲ ਲੈ ਕੇ ਤੁਸੀਂ ਆਪਣੇ ਪਰਸਨਲ ਬਿਆਨ ਜਿਹੜੇ ਹੈ, ਜਿਹੜੇ ਪਾਰਟੀ ਦੇ ਜਿਹੜੇ ਅਧਿਕਾਰਤ ਜਿਹੜੇ ਬਿਆਨ ਆਣ ਉਸੇ ਨੂੰ ਚਲਾਓ। ਇਹਦੇ ਨਾਲ ਲੋਕਾਂ 'ਚ ਕਨਫਿਊਜ਼ਨ ਫੈਲ ਰਹੀ ਹੈ, ਲੋਕਾਂ ਨੂੰ ਗਲਤ ਸੁਨੇਹਾ ਜਾ ਰਿਹਾ ਵਾ। ਔਰ ਅੱਜ ਕੌਣ ਡਿਸਾਈਡ ਕਰੇਗਾ ਨਾ ਕਿ ਪਾਰਟੀ ਦੀ ਸਟੇਟਮੈਂਟ ਕਿਹੜੀ ਪਾਰਟੀ ਦੀ ਸਟੇਟਮੈਂਟ ਹੈ, ਫਿਰ ਕੌਣ ਡਿਸਾਈਡ ਕਰੇਗਾ? ਕਿਉਂਕਿ ਰਮਨੀਤ ਬਿੱਟੂ ਤੁਹਾਡੀ ਪਾਰਟੀ ਦਾ ਇੱਕ ਵੱਡਾ ਨਾਮ ਨੇ, ਇੰਡੀਵਿਜੂਅਲ ਤੁਸੀਂ ਕਹਿ ਦਿੱਤਾ ਕਿਨਾਰਾ ਕਰ ਲਓ। ਸਾਹਿਬ ਮੇਰੀ ਗੱਲ ਸੁਣੋ, ਠੀਕ ਹੈ, ਮੈਂਬਰ ਪਾਰਲੀਮੈਂਟ ਨੇ, ਉਹ ਮੈਂਬਰ ਪਾਰਲੀਮੈਂਟ ਉਹਦਾ ਐਜ਼ ਅ ਮੈਂਬਰ ਪਾਰਲੀਮੈਂਟ ਉਹ ਪਾਰਲੀਮੈਂਟ ਦੀ ਉਹ ਗੱਲ ਰੱਖ ਸਕਦੇ ਨੇ। ਉਹਨਾਂ ਨੇ ਕਿਹਾ ਵੀ ਕਾਂਗਰਸ ਦਾ ਸਟੈਂਡ ਹੈਗਾ ਵਾ, ਜਾਂ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸਾਹਿਬ ਨੇ ਕਿਹਾ ਵਾ ਇਹ ਗੱਲ ਜੀ, ਤੁਸੀਂ ਉਹ ਗੱਲਾਂ ਨਾ ਕਰੋ। ਉਹਨਾਂ ਨੇ ਬਿਆਨ ਦਿੱਤਾ ਵਾ, ਕੋਈ ਕਿਸ ਰੀਜ਼ਨ ਕਰਕੇ ਦਿੱਤਾ ਉਹਨਾਂ ਨੂੰ ਕਲੈਰੀਫਾਈ ਕਰਨ ਦਿਓ। ਇਹਨਾਂ ਦੀ ਕਲੈਰੀਫਿਕੇਸ਼ਨ ਅਸੀਂ ਨਹੀਂ ਦੇਣੀ। ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਰਿਹਾ ਵੀ ਸਾਰਿਆਂ ਦਾ ਜ਼ਰੂਰੀ ਹੈ। ਕੱਲ ਨੂੰ ਅਕਾਲੀ ਦਲ ਦਾ ਕੋਈ ਬੰਦਾ ਖੜਾ ਹੋ ਜਾਂਦਾ ਵਾ, ਕਿ ਹੋਰ ਕੋਈ ਬੰਦਾ ਖੜਾ ਹੋ ਜਾਂਦਾ, ਸਾਰਿਆਂ ਦੇ ਬਿਆਨ ਨਹੀਂ ਇੰਟਰਪ੍ਰੀਟ ਕਰਨੇ ਸਾਹਿਬ। ਅਸੀਂ ਤੁਹਾਨੂੰ ਤੁਸੀਂ ਸਮਝਾ ਦਿਓ। ਨਹੀਂ, ਤੁਸੀਂ ਸਮਝਾ ਦਿਓ ਸਰ,
ਕਿ ਤੁਹਾਡੀ 15 ਲੱਖ ਲੋਕ ਹੁੰਦੇ ਨੇ ਸਰ ਇੱਕ ਹਲਕੇ ਦੇ ਵਿੱਚ, ਲੋਕ ਸਭਾ ਦੇ ਹਲਕੇ 'ਚ ਕਰੀਬ 15 ਲੱਖ ਵੋਟਾਂ ਹੁੰਦੀਆਂ ਨੇ ਸਰ। ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਬਿਆਨ ਨੂੰ ਨਾ ਦਿਖਾਓ ਜਾਂ ਉਸ ਨੂੰ ਕਾਂਗਰਸ ਦਾ ਬਿਆਨ ਨਾ ਸਮਝੋ। ਕਾਂਗਰਸ ਕਿਨਾਰਾ ਕਰ ਸਕਦੀ ਹੈ, ਅਸੀਂ ਤੁਹਾਨੂੰ ਨਾਲ ਜੋੜਿਆ। ਹੁਣ ਮੈਂ ਕਿਸੇ ਹੋਰ ਪਰਸਨ ਨੂੰ ਜੋੜੂੰਗਾ, ਉਹ ਕਹਣਗੇ ਕਿ ਰਮਨ ਜੀ ਦਾ ਬਿਆਨ ਹੈ ਜੀ, ਅਸੀਂ ਉਹਨਾਂ ਦੇ ਨਾਲ ਕੀ ਲੈਣਾ, ਔਰ ਰਮਨ ਜੀ ਦਾ ਇੰਡੀਵਿਜੂਅਲ ਬਿਆਨ ਹੋ ਸਕਦਾ। ਅਸੀਂ ਤੁਸੀਂ ਮੈਨੂੰ ਰਿਐਕਸ਼ਨ ਪੁੱਛਿਆ, ਮੈਂ ਰਿਐਕਸ਼ਨ ਨਾਲ ਕਲੀਅਰ ਕੱਟ ਦਿੱਤਾ ਵਾ ਵੀ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਕਿਸ ਹਾਲਾਤਾਂ 'ਚ ਬਿਆਨ ਦਿੱਤਾ। ਇਹ ਕਾਂਗਰਸ ਪਾਰਟੀ ਦਾ ਅਧਿਕਾਰਤ ਬਿਆਨ ਨਹੀਂ ਹੈ। ਠੀਕ ਹੈ, ਮਤਲਬ ਕਾਂਗਰਸ ਕਿਨਾਰਾ ਕਰ ਰਹੀ ਹੈ ਰਵਨੀਤ ਬਿੱਟੂ ਦੇ ਬਿਆਨ ਤੋਂ, ਕਲੀਅਰ ਸ਼ਬਦ। ਬਿਲਕੁਲ, ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਬੂਟਾ ਸਿੰਘ ਸ਼ਾਦੀਪੁਰ ਜੀ ਸਾਡੇ ਨਾਲ ਨੇ। ਬੂਟਾ ਜੀ, ਕੋਈ ਰਿਐਕਸ਼ਨ ਤੁਸੀਂ ਦੇਣਾ ਚਾਹੋਗੇ? ਕਾਂਗਰਸ ਕਿਨਾਰਾ ਕਰ ਗਈ ਬਿੱਟੂ ਜੀ ਦੇ ਬਿਆਨ ਤੋਂ। ਚਲੋ ਵੇਖੋ, ਉਹਨਾਂ ਦਾ ਪਾਰਟੀ ਦਾ ਕੰਮ ਹੈ, ਜੋ ਮਰਜ਼ੀ ਕਰਨ। ਆਪਾਂ ਤੇ ਇੱਕੋ ਗੱਲ ਕਰਨੀ ਚਾਹਾਂਗੇ ਵੀ ਅੱਜ ਇਸ ਅੰਦੋਲਨ ਦੇ ਉੱਤੇ ਕੋਈ ਇਹੋ ਜਿਹਾ ਬਿਆਨ ਕੋਈ ਵੀ ਆਗੂ ਨਾ ਦੇਵੇ ਜਿਹਦੇ ਨਾਲ ਅੰਦੋਲਨ ਨੂੰ ਸੱਟ ਵੱਜੇ, ਕਿਉਂਕਿ ਇਹ ਸਾਰਾ ਦੇਸ਼ ਜਿਹੜਾ ਉਹਦੀਆਂ ਨਿਗਾਹਾਂ ਤੇ ਟਿਕੀਆਂ ਨੇ, ਨਜ਼ਰਾਂ ਤੇ ਲੱਗੀਆਂ ਹੋਈਆਂ ਨੇ, ਤੇ ਸਾਰਾ ਦੇਸ਼ ਸੜਕਾਂ ਤੇ ਬੈਠਾ ਹੈ। ਇਸ ਕਰਕੇ ਕੋਈ ਇਹੋ ਜਿਹਾ ਬਿਆਨ ਨਾ ਕੋਈ ਵੀ ਪਾਰਟੀ ਦੇਵੇ ਜਿਹਦੇ ਨਾਲ ਇਸ ਅੰਦੋਲਨ ਨੂੰ ਸੱਟ ਵੱਜੇ। ਸਾਰੇ ਤਗੜੇ ਹੋ ਕੇ ਇਹਦੀ ਹਮਾਇਤ ਕਰੋ ਤੇ ਆਪਾਂ ਜਿੱਤ ਕੇ ਮੁੜੀਏ, ਇਹ ਅਰਦਾਸਾਂ ਕਰੋ ਤੇ ਇਹੀ ਹਮਾਇਤ ਕਰਨੀ। ਕਿਸ ਨੂੰ ਜਿਹੜੇ ਬਿਆਨ ਨਾ ਆਏਗਾ ਦੂਜੇ ਦੇ ਨਾਲ ਜੀ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਬੂਟਾ ਸਿੰਘ ਸ਼ਾਦੀਪੁਰ ਜੀ, ਤੁਹਾਡਾ ਵੀ। ਰਵਨੀਤ ਬਿੱਟੂ ਦਾ ਇੱਕ ਬਿਆਨ, ਉਸ ਬਿਆਨ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਵਾਲ ਜਥੇਬੰਦੀਆਂ ਚੁੱਕੀਆਂ ਕਿ ਇਹ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਰਵਨੀਤ ਬਿੱਟੂ ਦੇ ਵੱਲੋਂ ਰਾਕੇਸ਼ ਟਿਕੈਤ ਨੂੰ ਲੈ ਕੇ ਬਿਆਨ ਦਿੱਤਾ ਗਿਆ, ਜੋ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਮੈਂ ਸੁਣਵਾਵਾਂਗਾ ਇੱਕ ਵਾਰ ਫਿਰ ਤੋਂ ਕੀ ਕੁਝ ਕਹਿ ਰਹੇ ਨੇ ਰਵਨੀਤ ਬਿੱਟੂ। ਦਰਅਸਲ ਰਵਨੀਤ ਬਿੱਟੂ ਰਾਕੇਸ਼ ਟਿਕੈਤ ਦੇ ਉੱਤੇ ਪਹਿਲਾਂ ਵੀ ਹਮਲਾਵਰ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ, ਤੇ ਇੱਕ ਵਾਰ ਫਿਰ ਤੋਂ ਹਮਲਾਵਰ ਉਹ ਨਜ਼ਰ ਆਏ ਨੇ। ਨਿਊਜ਼ 18 ਨਾਲ ਉਹਨਾਂ ਨੇ ਗੱਲਬਾਤ ਕੀਤੀ ਸੀ, ਉਸ ਸਮੇਂ ਵੀ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਸੀ। ਇੱਕ ਵਾਰ ਫਿਰ ਤੋਂ ਉਹਨਾਂ ਨੇ ਬਿਆਨ ਜਾਰੀ ਕੀਤਾ ਹੈ ਤੇ ਉਹ ਸਵਾਲ ਚੁੱਕ ਰਹੇ ਨੇ ਕਿ ਆਖਿਰ ਰਾਕੇਸ਼ ਟਿਕੈਤ ਅਜਿਹੇ ਬਿਆਨ ਕਿਉਂ ਨੇ, ਫਸਲਾਂ ਨੂੰ ਵਾਹੁਣ ਵਾਲੇ ਜਾਂ ਫਸਲਾਂ ਨੂੰ ਸਾੜਨ ਵਾਲੇ, ਜਾਂ ਜੋ ਅਪੀਲ ਹੈ। ਤੇ ਬਿੱਟੂ ਕਹਿ ਰਹੇ ਨੇ ਕਿ ਪਹਿਲਾਂ ਉਹ ਖੁਦ ਆਪਣੀ ਫਸਲ ਦੇ ਉੱਤੇ ਹਲ ਚਲਾਉਣ ਜਾਂ ਫਿਰ ਉਸ ਨੂੰ ਸਾੜਨ, ਉਸ ਤੋਂ ਬਾਅਦ ਕਿਸੇ ਹੋਰ ਕਿਸਾਨ ਨੂੰ ਅਪੀਲ ਕਰਨ। ਸੁਣਵਾ ਦਿੰਦੇ ਹਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਰਵਨੀਤ ਬਿੱਟੂ ਦਾ ਬਿਆਨ ਰਾਕੇਸ਼ ਟਿਕੈਤ ਦੇ ਉੱਤੇ। ਨਾ ਮੈਂ ਸਮਝਦਾ ਦੁਸ਼ਮਣੀ ਕੋਈ ਨਹੀਂ ਕਿਸਾਨਾਂ ਦਾ। ਉਸ ਬੰਦੇ ਨੇ, ਚਲੋ ਮੈਂ ਮੰਨ ਜਾਂਦਾ ਜੇ ਉਹ ਸਾਰੀਆਂ ਚੀਜ਼ਾਂ ਪਹਿਲਾਂ ਆਪਣੇ ਤੇ ਲਾਗੂ ਕਰਦਾ। ਜਦੋਂ 26 ਵਾਲਾ ਬਿਆਨ ਆਇਆ ਸੀ, 26 ਨੂੰ ਆਪਣੇ ਬੇਟੇ, ਆਪਣੇ ਭਰਾ, ਆਪਣਾ ਪਰਿਵਾਰ ਕਿਉਂ ਨਹੀਂ ਭੇਜਿਆ ਟਰੈਕਟਰ ਲੈ ਕੇ? ਦੂਜੇ ਲੋਕਾਂ ਦੇ ਨੌਜਵਾਨ ਬੱਚਿਆਂ ਨੂੰ ਇੱਥੇ ਭੇਜਿਆ ਝੰਡੇ ਲਹਿਰਾਉਣ, ਉਹਨਾਂ ਨੂੰ ਅੱਜ ਜੇਲ੍ਹਾਂ 'ਚ ਅੱਜ ਉਹ ਕੇਸ ਦਰਜ ਕਰਵਾਏ ਆ। ਨਵਰੀਤ ਵਰਗਾ ਨੌਜਵਾਨ ਉਹ ਸ਼ਹੀਦ ਹੋ ਗਿਆ। ਇੱਕ ਵੀ ਪਰਚਾ ਤੁਹਾਡੇ ਲੀਡਰਾਂ ਦੇ ਕਿਸੇ ਬੇਟੇ ਤੇ ਹੋਇਆ, ਕਿਸੇ ਤੁਹਾਡੇ ਭਰਾਵਾਂ ਤੇ ਹੋਇਆ? ਕਿਉਂ ਨਹੀਂ ਹੋਇਆ? ਕਿਉਂਕਿ ਤੁਸੀਂ ਸਿਰਫ ਬਿਆਨਬਾਜ਼ੀ ਕਰਕੇ ਮੁੜ ਕੇ ਪਿੱਛੇ ਹਟ ਗਏ। ਜਦੋਂ ਅੰਦਰ ਆ ਗਏ ਬੱਚੇ, ਨੌਜਵਾਨ, ਨਿਹੰਗ ਸਿੰਘ, ਉਹਨਾਂ ਨੂੰ ਕਹਿੰਦੇ ਤੁਹਾਨੂੰ ਕਿਹਨੇ ਕਿਹਾ ਸੀ ਜਾਣ ਨੂੰ? ਕੱਲੇ ਕੱਲੇ ਕਰਕੇ ਪੁਲਿਸ ਨੇ ਫੜੇ, ਪਰਚੇ ਦਰਜ ਕਰ। ਹੁਣ ਤੁਸੀਂ, ਅੱਜ ਦੁੱਖ ਹੁੰਦਾ ਸੀ, ਰੋਣਾ ਆਉਂਦਾ ਸੀ, ਬਿਆਨ ਦੇਤਾ ਆਪਣੀਆਂ ਫਸਲਾਂ ਨੂੰ ਅੱਗ ਲਾ ਦਿਓ, ਆਪਣੀਆਂ ਫਸਲਾਂ ਜਿਹੜੀਆਂ ਉਹ ਵਾਹ ਦਿਓ। ਪਹਿਲਾਂ ਲੀਡਰੋ ਆਪ ਦੀਆਂ ਫਸਲਾਂ ਵਾਹੋ। ਡਕੈਤ ਸਾਹਿਬ, ਤੁਸੀਂ ਸਾਰੇ ਲੀਡਰ ਇਹ ਪਤਾ ਕਰੋ ਵੀ ਤੁਹਾਡਾ 2 ਮਹੀਨੇ ਪਿਛਲਾ ਕਿੰਨਾ ਗੰਨਾ ਮਿੱਲਾਂ 'ਚ ਗਿਆ। ਹੱਥ ਜੋੜ ਕੇ ਹੋਰ ਬੇਨਤੀ ਹੈ, ਬਿਲਕੁਲ ਇਹਨਾਂ ਲੀਡਰਾਂ ਦੇ ਮਗਰ ਨਾ ਲੱਗੋ ਜਿਹੜਾ ਇਹੋ ਜਿਹੀ ਗੱਲ ਕਹਿੰਦਾ, ਖਾਸ ਤੌਰ ਤੇ ਟਕੈਤ ਜਿਹੜੀ ਪੁੱਠੀ ਗੱਲ ਕਰਦਾ। ਜ਼ਮੀਨ ਸਾਡੀ ਮਾਂ ਏ, ਫਸਲ ਸਾਡੀ ਪੁੱਤ ਧੀ ਆ। ਕਿਉਂ ਤੁਸੀਂ ਜੀ ਉਹਦੇ ਨਾਲ ਆਪਾਂ ਸਾਰਾ ਘਰ ਚਲਾਉਨੇ ਆ, ਉਹਦੇ ਨਾਲ ਸਾਡੀ ਰਸੋਈ ਚੱਲਣੀ ਆ, ਇਹਦੇ ਕਹੇ ਤੇ ਅਸੀਂ ਜ਼ਮੀਨ ਆਪਣੀ ਅੱਗ ਲਾ ਲਈਏ, ਜ਼ਮੀਨ ਵਾਹ ਲਈਏ? ਹੱਥ ਜੋੜ ਕੇ ਬੇਨਤੀ ਹੈ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ, ਬਿਲਕੁਲ ਆਪਣੀ ਫਸਲ ਨਾ ਖਰਾਬ ਕਰੋ। ਉਹ ਤੁਹਾਡੀ ਆਪਣੇ ਬੱਚੇ ਆ। ਅੱਜ ਲੰਬੀ ਤੋਂ ਲੈ ਕੇ ਪਾਣੀਪਤ ਤੱਕ ਮੈਂ ਦੇਖ ਕੇ ਹੈਰਾਨ ਹੋ ਗਿਆ ਵੀ ਟਰੈਕਟਰ ਚਲਾਉਣੇ ਆ। ਇਹਨਾਂ ਦਾ ਕੀ ਜਾਣਾ? ਇੱਕ ਵੀ ਕਿਸੇ ਕਿਸਾਨ ਲੀਡਰ ਨੇ ਆਪਣੀ ਫਸਲ ਵਾਹੀ ਆ? ਇੱਕ ਵੀ ਕਿਸੇ ਕਿਸਾਨ ਲੀਡਰ ਨੇ ਆਪਣੀ ਜਿਹੜੀ ਫਸਲ ਆ ਉਹ ਜਲਾਈ ਆ? ਤੇ ਤੁਸੀਂ ਕਿਉਂ ਜਲਾਉਂਦੇ ਹੋ ਆਪਣੀਆਂ ਫਸਲਾਂ ਇਹਨਾਂ ਮਗਰ ਲੱਗ ਕੇ? ਤਾਂ ਰਵਨੀਤ ਬਿੱਟੂ ਰਾਕੇਸ਼ ਟਿਕੈਤ ਨੂੰ ਲੈ ਕੇ ਜ਼ਰੂਰ ਸਵਾਲ ਚੁੱਕ ਰਹੇ ਨੇ, ਕਹਿ ਰਹੇ ਨੇ ਕਿ ਤੁਸੀਂ ਇਹਨਾਂ ਦੀ ਗੱਲ ਨਾ ਮੰਨੋ, ਜਥੇਬੰਦੀਆਂ ਨੂੰ ਕਹਿ ਰਹੇ ਨੇ। ਪਰ ਇਸ ਸਭ ਦੇ ਵਿਚਾਲੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਦਰਅਸਲ ਪੂਰਾ ਮਾਮਲਾ ਹੈ ਕਿ ਟਿਕੈਤ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਉਹ ਕਹਿ ਰਹੇ ਨੇ ਕਿ ਇਸ ਵਾਰ ਵਾਢੀ ਵੀ ਹੋਏਗੀ ਤੇ ਦੂਜੇ ਪਾਸੇ ਅੰਦੋਲਨ ਜਾਰੀ ਰਹੇਗਾ। ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਕਿਸਾਨ ਆਪਣੀ ਇੱਕ ਫਸਲ ਦੀ ਕੁਰਬਾਨੀ ਦੇਣ ਨੂੰ ਵੀ ਤਿਆਰ ਹੈ, ਇੱਕ ਫਸਲ ਨੂੰ ਸਾੜਨ ਨੂੰ ਵੀ ਤਿਆਰ ਹੈ ਕਿ ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ। ਪਰ ਇਸ ਸਭ ਦੇ ਵਿਚਾਲੇ ਇਹ ਇੰਪੈਕਟ ਹੋਇਆ ਕਿ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਤਸਵੀਰਾਂ ਨਜ਼ਰ ਆਈਆਂ ਜਿੱਥੇ ਆਪਣੀ ਫਸਲ ਦੇ ਉੱਤੇ ਟਰੈਕਟਰ ਨਾਲ ਉਸ ਨੂੰ ਪਾਉਂਦੇ ਹੋਏ ਨਜ਼ਰ ਆਏ ਨੇ ਕਿਸਾਨ। ਤੇ ਇਸ ਨੂੰ ਲੈ ਕੇ ਹੀ ਹਾਲਾਂਕਿ ਬਾਅਦ ਦੇ ਵਿੱਚ ਆ ਕੇ ਰਾਕੇਸ਼ ਟਿਕੈਤ ਨੇ ਯੂ ਟਰਨ ਲੈ ਲਿਆ। ਰਾਕੇਸ਼ ਟਿਕੈਤ ਨੇ ਜ਼ਰੂਰ ਜ਼ਿਕਰ ਕਰ ਦਿੱਤਾ ਕਿ ਮੈਂ ਤਾਂ ਕਿਹਾ ਸੀ ਕਿ ਜੇ ਜ਼ਰੂਰਤ ਪਈ ਤਾਂ। ਪਰ ਕਿਸਾਨ ਜਥੇਬੰਦੀਆਂ ਹੁਣ ਇਹ ਵੀ ਕਹਿ ਰਹੇ ਨੇ ਕਿ ਬਿਲਕੁਲ ਰਾਕੇਸ਼ ਟਿਕੈਤ ਦੇ ਬਿਆਨ ਦਾ ਅਸਰ ਹੋਇਆ ਹੈ ਤੇ ਉਸ ਤੋਂ ਬਾਅਦ ਇਹ ਤਸਵੀਰਾਂ ਆਈਆਂ ਨੇ। ਉਹ ਅਪੀਲ ਕਰ ਰਹੇ ਨੇ ਕਿ ਤੁਸੀਂ ਆਪਣੀ ਫਸਲ ਨੂੰ ਖਰਾਬ ਨਾ ਕਰੋ, ਇਸ ਨੂੰ ਤੁਸੀਂ ਜਿਸ ਤਰੀਕੇ ਨਾਲ ਹਰ ਵਾਰ ਵੱਢਦੇ ਹੋ ਉਸ ਤਰੀਕੇ ਨਾਲ ਵਾਢੀ ਕਰੋ ਤੇ ਜੇਕਰ ਸਰਕਾਰ ਨਾਲ ਗੱਲ ਨਹੀਂ ਬਣਦੀ ਤਾਂ ਨਹੀਂ ਵੇਚਾਂਗੇ, ਆਪਣੇ ਘਰੇ ਦਾਣੇ ਜ਼ਰੂਰ ਰੱਖਾਂਗੇ। ਤਾਂ ਟਿਕੈਤ ਦੇ ਫਸਲ ਸਾੜਨ ਵਾਲੇ ਬਿਆਨ ਤੋਂ ਕਿਸਾਨ ਗੁੰਮਰਾਹ ਤਾਂ ਨਜ਼ਰ ਆਏ,
ਅਤੇ ਪੰਜਾਬ ਹਰਿਆਣਾ ਤੋਂ ਫਸਲਾਂ ਤਬਾਹ ਕਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਇਹ ਲੰਬੀ ਦੀ ਪੰਜਾਬ ਦੀ ਤਸਵੀਰ ਹੈ। ਦਾਦਰੀ, ਗੋਹਾਣਾ, ਕੈਥਲ, ਪਾਣੀਪਤ, ਸੋਨੀਪਤ ਇਹ ਹਰਿयाणा ਦੀਆਂ तस्वीरां नजर आईਆਂ। हाथ उठा के करना पड़ेगा कि एक फसल की कुर्बानी की जरूरत पड़ी तो खड़ी फसलों में आग लगानी पड़ेगी। राकेश टकैत ਦੇ ਇਸ ਐਲਾਨ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਆਪਣੀਆਂ ਖੜੀਆਂ ਫਸਲਾਂ ਨੂੰ ਨਸ਼ਟ ਕਰ ਰਹੇ ਨੇ। ਇਹ ਕੋਈ ਇੱਕ ਜਾਂ ਦੋ ਥਾਵਾਂ ਦੀ ਘਟਨਾ ਨਹੀਂ, ਬਲਕਿ ਵੱਖ-ਵੱਖ ਥਾਵਾਂ ਤੋਂ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਸੰਯੁਕਤ ਮੋਰਚੇ ਦੇ ਕਿਸਾਨ ਆਗੂ ਵਾਰ-ਵਾਰ ਅਪੀਲ ਕਰ ਰਹੇ ਨੇ ਕਿ ਪੁੱਤਾਂ ਵਾਂਗੂ ਪਾਲੀ ਫਸਲ ਤਬਾਹ ਨਾ ਕੀਤੀ ਜਾਵੇ। ਇਸ ਪਿਰਤ ਨੂੰ ਰੋਕਣ ਦੇ ਲਈ ਹੁਣ ਰਾਕੇਸ਼ ਟਕੈਤ ਨੂੰ ਵੀ ਆਪਣੇ ਪੁਰਾਣੇ ਬਿਆਨ ਤੇ ਸਫਾਈ ਦੇਣੀ ਪਈ ਹੈ। तो अपील करी किसानों को कि अभी ऐसे डिस्ट्रॉय मत करो, वो टाइम तो अप्रैल में होगा। और उसका पूरा रोटेट बढ़ा दिया हमने कि हर गांव में कमेटी बन गई, जो किसान आंदोलन में रहेगा उसके घर का काम नहीं बिगड़ेगा। ਰਾਕੇਸ਼ ਟਕੈਤ ਨੇ ਭਾਵੇਂ ਸਫਾਈ ਦੇ ਕੇ ਆਪਣਾ ਪੱਖ ਰੱਖ ਦਿੱਤਾ ਹੈ, ਪਰ ਕਾਂਗਰਸ ਐਮਪੀ ਰਵਨੀਤ ਬਿੱਟੂ ਨੇ ਇਸ ਮਾਮਲੇ ਵਿੱਚ ਰਾਕੇਸ਼ ਟਕੈਤ ਨੂੰ ਘੇਰਿਆ। ਬਿੱਟੂ ਨੇ ਇਲਜ਼ਾਮ ਲਾਇਆ ਕਿ ਅਜਿਹੇ ਲੀਡਰ ਹੀ ਅੰਦੋਲਨ ਦਾ ਨੁਕਸਾਨ ਕਰ ਰਹੇ ਨੇ। ਕਦੇ ਉਹ ਕੁਛ ਕਰਦੇ ਆ, ਕਦੇ ਕੁਛ ਕਰਦੇ ਆ। ਆ ਗਾਜੀਪੁਰ ਤੋਂ ਹੀ ਜਿਹੜੇ ਜ਼ਿਆਦਾ ਲੋਕ ਆਏ ਸੀ ਨਾ ਉਦਣ ਵੀ, ਇਹ ਟਕੈਤ ਸਾਹਿਬ ਦੇ ਜਿਨ੍ਹਾਂ ਨੇ ਇਹ ਸਾਰਾ ਕਾਨੂੰਨ ਦੀ ਲੰਘਣਾ ਕੀਤੀ ਆ। ਸਾਡਾ ਬਣਿਆ ਬਣਾਇਆ ਐਜੀਟੇਸ਼ਨ ਆ ਜਿਹੜਾ ਟੀਕਰੀ ਤੇ ਸਿੰਘੂ 'ਚ, ਇਹ ਐਜੀਟੇਸ਼ਨ ਇਹ ਟਕੈਤ ਤੇ ਇਹਦੇ ਸਾਥੀ ਜਿਹੜਾ ਕਿਹੜਾ ਜੋਗਿੰਦਰ ਯਾਦਵ ਆ, ਇਹ ਅੱਜ ਜਿਹੜੀਆਂ ਸਾਡੀਆਂ ਫੜਾਈਆਂ ਹੋ ਰਿਹਾ, ਇਹ ਇਸੇ ਤਰੀਕੇ ਨਾਲ ਅੱਗ ਲਾਉਂਦਾ ਇਹ ਟਕੈਤ। ਇਹ ਗੱਲਾਂ ਮੁੜ ਕੇ ਸਟੇਜ ਤੋਂ ਕਰਕੇ ਆਪ ਪਿੱਛੋਂ ਨਿਕਲ ਜਾਂਦੇ ਆ। ਰਵਨੀਤ ਬਿੱਟੂ ਦੇ ਨਿਸ਼ਾਨੇ ਤੇ ਭਾਵੇਂ ਰਾਕੇਸ਼ ਟਕੈਤ ਹੈ, ਪਰ ਅਕਾਲੀ ਦਲ ਦਾ ਤਰਕ ਹੈ ਕਿ ਸਾਰਾ ਕਸੂਰ ਕੇਂਦਰ ਸਰਕਾਰ ਦਾ ਹੈ, ਜਿਸ ਦੀ ਜ਼ਿੱਦ ਕਰਕੇ ਕਿਸਾਨਾਂ ਨੂੰ ਫਸਲ ਨਸ਼ਟ ਕਰਨ ਵਰਗੇ ਕਦਮ ਚੁੱਕਣੇ ਪੈ ਰਹੇ ਨੇ। ਫਸਲਾਂ ਨੂੰ ਸਾੜਨ ਤੱਕ ਦੀ ਨੌਬਤ ਆ ਜਾਣਾ ਤੇ ਬਲਕਿ ਇਹ ਤੋਂ ਵੀ ਵੱਧ ਸਰੀਰ ਤਿਆਗਣ ਤੱਕ ਲੋਕ ਜਾ ਰਹੇ ਨੇ। ਸੋ ਸਰਕਾਰ ਨੂੰ ਇਸ ਗੱਲ ਦਾ ਸੁਨੇਹਾ ਕਿ ਕਿੰਨੇ ਭਰੇ ਪਿੱਤੇ ਗੁੱਸੇ ਦੇ ਵਿੱਚ, ਤੰਗੀ ਦੇ ਵਿੱਚ ਅੱਜ ਕਿਸਾਨ ਪਰੇਸ਼ਾਨ ਨੇ। ਸੋ ਮੈਂ ਸਮਝਦਾ ਕਿ ਸਰਕਾਰ ਕਿਸਾਨਾਂ ਨੂੰ ਇਸ ਰਾਹ ਤੇ ਜਾਣ ਤੋਂ ਰੋਕਣ ਲਈ ਔਰ ਕਿਸਾਨਾਂ ਨੂੰ ਇਸ ਮਜ਼ਦੂਰੀ ਤੋਂ ਕੱਢਣ ਲਈ ਲਾਜ਼ਮੀ ਤੌਰ ਤੇ ਪਹਿਲ ਕਰਨੀ ਚਾਹੀਦੀ। ਬੇਸ਼ੱਕ ਕੇਂਦਰ ਸਰਕਾਰ ਨੂੰ ਝੁਕਾਉਣ ਦੇ ਲਈ ਕਿਸਾਨ ਆਪਣੀਆਂ ਫਸਲਾਂ ਨਸ਼ਟ ਕਰ ਰਹੇ ਨੇ, ਪਰ ਇਹ ਤਰੀਕਾ ਠੀਕ ਨਹੀਂ ਹੈ, ਕਿਉਂਕਿ ਇਸ ਨਾਲ ਜਿੱਥੇ ਆਰਥਿਕ ਨੁਕਸਾਨ ਕਿਸਾਨ ਦਾ ਹੋਵੇਗਾ, ਉੱਥੇ ਹੀ ਇਹ ਅਨਾਜ ਦਾ ਵੀ ਅਪਮਾਨ ਹੈ। ਇਹ ਉਹੀ ਅਨਾਜ ਹੈ ਜੋ ਗਰੀਬ ਦੀ ਭੁੱਖ ਮਿਟਾਉਂਦਾ ਹੈ। ਬਿਊਰੋ ਰਿਪੋर्ट, न्यूज़ 18। इस न्यूज हेडलाइंस के प्रायोजक हैं ESS